ਹੈਲੋ ਫਰੈਂਡਸ, ਅੱਜ ਆਪਾਂ ਗੱਲ ਕਰਾਂਗੇ ਓਨਟਾਰੀਓ ਦੀ EMPLOYER ਜੌਬ ਆਫਰ ਇੰਟਰਨੈਸ਼ਨਲ ਸਟੂਡੈਂਟ ਸਟਰੀਮ। ਜਿਵੇਂ ਕਿ ਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਉਹਨਾਂ ਲਈ ਹੈਗੀ ਹੈ ਜਿਨ੍ਹਾਂ ਨੇ ਜਿਹੜੀ ਪੜ੍ਹਾਈ ਕੀਤੀ ਹੈਗੀ ਹੈ, ਜਾਂ ਤਾਂ ਓਨਟਾਰੀਓ ਤੋਂ ਕੀਤੀ ਹੈ ਜਾਂ ਕੈਨੇਡਾ ਦੇ ਕਿਸੇ ਵੀ ਐਲੀਜੀਬਲ ਇੰਸਟੀਚਿਊਟ ਤੋਂ ਕੀਤੀ ਹੈ। ਉਹ ਇਸ ਪਾਰਟਿਕੂਲਰ ਸਟਰੀਮ ਦੇ ਵਿੱਚ ਐਲੀਜੀਬਲ ਹੋ ਸਕਦੇ ਆ। ਇਸ ਵੀਡੀਓ ਦੇ ਵਿੱਚ ਮੈਂ ਕਾਫੀ ਚੀਜ਼ਾਂ ਡਿਸਕਸ ਕਰੂੰਗਾ। ਇੱਕ ਤਾਂ ਨਵਾਂ ਜਿਹੜਾ ਅਪਡੇਟ ਆਇਆ ਹੈਗਾ ਜਨਵਰੀ 2024 ਦਾ, ਕਿ ਕਿਹੜੇ ਕਿਹੜੇ ਜਿਹੜੇ ਕੋਰਸਿਸ ਹੈਗੇ ਆ, ਪ੍ਰੋਗਰਾਮਸ ਹੈਗੇ ਉਹ ਐਲੀਜੀਬਲ ਆ। ਆਪਾਂ ਓਵਰਆਲ ਐਲੀਜੀਬਿਲਿਟੀ ਦੀ ਗੱਲ ਕਰਾਂਗੇ, ਆਪਾਂ ਐਪਲੀਕੈਂਟ ਰਿਕੁਆਇਰਮੈਂਟਸ ਦੀ ਗੱਲ ਕਰਾਂਗੇ, EMPLOYER ਰਿਕੁਆਇਰਮੈਂਟਸ ਦੀ ਗੱਲ ਕਰਾਂਗੇ। ਆਪਾਂ ਇਹ ਵੀ ਗੱਲ ਕਰਾਂਗੇ ਕਿ ਵੀ ਕਿਹੜੇ ਜਿਹੜੇ ਫੈਕਟਰਸ ਹੈਗੇ ਆ, ਸਕੋਰਿੰਗ ਫੈਕਟਰਸ ਹੈਗੇ ਆ, ਤੇ ਤੁਸੀਂ ਉਹਨੂੰ ਕਿਵੇਂ ਕੈਲਕੂਲੇਟ ਕਰ ਸਕਦੇ ਆ। ਤੇ ਉਹਦੇ ਲਈ ਮੈਂ ਦੋ ਐਗਜ਼ਾਮਪਲਸ ਲਵਾਂਗਾ, ਇੱਕ ਮੈਂ ਨਰਸ ਏਡ ਦੀ ਐਗਜ਼ਾਮਪਲ ਲਵਾਂਗਾ ਤੇ ਇੱਕ ਮੈਂ ਫੂਡ ਸਰਵਿਸ ਸੁਪਰਵਾਈਜ਼ਰ ਦੀ ਐਗਜ਼ਾਮਪਲ ਲਵਾਂਗਾ, ਜਸਟ ਐਜ਼ ਟੂ ਮੇਕ ਯੂ ਅੰਡਰਸਟੈਂਡ ਕਿ ਕਿਵੇਂ ਇਹਨੂੰ ਕੈਲਕੂਲੇਟ ਕਰ ਸਕਦੇ ਹੋ। ਬਿਫੋਰ ਦੈਟ, ਲੈਟ ਮੀ ਇੰਟਰੋਡਿਊਸ ਮਾਈ ਸੈਲਫ। ਮੇਰਾ ਨਾਮ ਹੈ ਦਿਲ ਸੰਧੂ ਤੇ ਮੈਂ CICC ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਬੇਸਡ ਆਊਟ ਆਫ ਓਨਟਾਰੀਓ ਕੈਨੇਡਾ। ਤੇ ਮੈਂ ਕਾਫੀ ਸਾਰੇ ਵੀਡੀਓਜ਼ ਬਣਾਈਆਂ ਹੈਗੀਆਂ ਔਨ ਇਮੀਗ੍ਰੇਸ਼ਨ ਟੌਪਿਕਸ, PNPs ਤੇ ਐਕਸਪ੍ਰੈਸ ਐਂਟਰੀ ਤੇ ਸਟੱਡੀ ਪਰਮਿਟ ਤੇ ਕਾਫੀ ਐਨਾਲਿਸਿਸ ਕੀਤਾ। ਤੁਸੀਂ ਜ਼ਰੂਰ ਵੀਡੀਓਜ਼ ਦੇਖੋ, ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਸ਼ੇਅਰ ਵਿਦ ਐਨੀਵਨ ਹੂ ਮਾਈਟ ਫਾਈਂਡ ਇਟ ਯੂਜ਼ਫੁਲ। ਸੋ ਵਿਦਆਊਟ ਐਨੀ ਫਰਦਰ ਡੂ, ਲੈਟਸ ਡਾਈਵ ਇਨਟੂ ਟੁਡੇਜ਼ ਪ੍ਰੈਜੈਂਟੇਸ਼ਨ। ਸੋ ਹੁਣ ਆਪਾਂ ਗੱਲ ਕਰਾਂਗੇ ਓਨਟਾਰੀਓ ਦੀ EMPLOYER ਜੌਬ ਆਫਰ ਇੰਟਰਨੈਸ਼ਨਲ ਸਟੂਡੈਂਟ ਸਟਰੀਮ। ਇੱਕ ਚੀਜ਼ ਤੁਹਾਨੂੰ ਧਿਆਨ ਰੱਖਣੀ ਪੈਣੀ ਹੈ ਕਿ ਇਹ ਜਿਹੜੀ PNP ਸਟਰੀਮ ਹੈ, ਇਹਦੇ ਵਿੱਚ ਪਹਿਲਾਂ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਹੁੰਦਾ। ਜਦੋਂ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਅਗਰ ਤੁਸੀਂ ਸਕੋਰ ਮੀਟ ਕਰਦੇ ਹੋਵੋਗੇ ਤਾਂ ਉਹ ਤੁਹਾਨੂੰ ਇਨਵਾਈਟ ਭੇਜਣਗੇ। ਇਨਵੀਟੇਸ਼ਨ ਤੋਂ ਬਾਅਦ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਉਹਦੇ ਬਾਅਦ ਡਿਸੀਜਨ ਹੋਊਗਾ। ਤੇ ਡਿਸੀਜਨ ਜੇ ਪੋਜ਼ਿਟਿਵ ਹੋਇਆ ਤਾਂ ਤੁਸੀਂ ਉਸ ਤੋਂ ਬਾਅਦ ਆਪਣੀ ਨਾਨ ਐਕਸਪ੍ਰੈਸ ਐਂਟਰੀ 'ਚ ਆਪਣੀ ਫਾਈਲ ਲਾ ਸਕਦੇ ਹੋ। ਬਟ ਬਿਫੋਰ ਗੋਇੰਗ ਅਹੈਡ, ਲੈਟਸ ਲੁੱਕ ਐਟ ਕਿ ਜੌਬ ਆਫਰ ਰਿਕੁਆਇਰਮੈਂਟਸ ਕੀ ਆ। ਸਭ ਤੋਂ ਪਹਿਲੀ ਜਿਹੜੀ ਜੌਬ ਆਫਰ ਰਿਕੁਆਇਰਮੈਂਟ ਇਹ ਹੈ ਕਿ ਤੁਹਾਨੂੰ ਫੁੱਲ ਟਾਈਮ ਤੇ ਪਰਮਾਨੈਂਟ ਜੌਬ ਆਫਰ ਚਾਹੀਦੀ ਹੈ। ਸੋ ਫੁੱਲ ਟਾਈਮ ਮਤਲਬ ਹੋ ਗਿਆ ਮਿਨੀਮਮ 30 ਆਵਰਸ ਪੇਡ ਵਰਕ ਪਰ ਵੀਕ ਤੇ ਨੋ ਐਂਡ ਡੇਟ, ਰਾਈਟ। ਦੂਜੀ ਚੀਜ਼ ਹੈਗੀ ਹੈ ਐਲੀਜੀਬਲ ਸਕਿਲਡ ਆਕੂਪੇਸ਼ਨ ਟੀਅਰ 0, 1, 2 ਜਾਂ 3 ਦੀ ਹੋਣੀ ਚਾਹੀਦੀ ਹੈ ਜੌਬ। ਤੀਜੀ ਚੀਜ਼ ਹੈ ਲੋ ਵੇਜ ਲੈਵਲ। ਸੋ ਜਿਹੜੀ ਤੁਹਾਡੀ ਵੇਜ ਲੈਵਲ ਹੈ, ਇਟ ਸ਼ੁੱਡ ਬੀ ਮੀਟਿੰਗ ਔਰ ਇਟ ਸ਼ੁੱਡ ਬੀ ਹਾਇਰ ਦੈਨ ਦਾ ਲੋ ਵੇਜ ਫॉर ਸਪੈਸੀਫਿਕ ਰੀਜਨ। ਜਦੋਂ ਵੀ ਤੁਸੀਂ ਜੌਬ ਬੈਂਕ 'ਚ ਅਗਰ ਜਾ ਕੇ ਦੇਖ ਸਕਦੇ ਹੋ ਕਿ ਵੀ ਉਸ ਪਾਰਟਿਕੂਲਰ ਰੀਜਨ ਦੀ, ਪਾਰਟਿਕੂਲਰ ਆਕੂਪੇਸ਼ਨ ਦੀ ਮਿਨੀਮਮ ਵੇਜਸ ਕੀ ਹੈਗੀਆਂ, ਉਸ ਤੋਂ ਉਹ ਸੇਮ ਜਾਂ ਉਸ ਤੋਂ ਵੱਧ ਹੋਣੀਆਂ ਚਾਹੀਦੀਆਂ, ਉਸ ਤੋਂ ਘੱਟ ਨਹੀਂ ਹੋ ਸਕਦੀਆਂ। ਦੈਨ ਦ ਪੋਜੀਸ਼ਨ ਇਜ਼ ਅਰਜੈਂਟਲੀ ਨੈਸੈਸਰੀ ਟੂ EMPLOYERS ਬਿਜ਼ਨਸ। ਵੀ ਜਿਹੜੀ ਇਹ ਪੋਜੀਸ਼ਨ ਹੈਗੀ ਹੈ ਉਹ ਅਲਾਈਨ ਹੋਣੀ ਚਾਹੀਦੀ ਹੈ ਟੂ EMPLOYERS ਐਗਜ਼ਿਸਟਿੰਗ ਬਿਜ਼ਨਸ ਐਕਟੀਵਿਟੀਜ਼, ਰਾਈਟ। ਤਾਂ ਉਹਨੂੰ ਅਰਜੈਂਟਲੀ ਉਹ ਬੰਦਾ ਚਾਹੀਦਾ ਹੈਗਾ ਕੰਮ ਕਰਨ ਲਈ, ਰਾਈਟ। ਐਂਡ ਦ ਵਰਕ ਹੈਜ਼ ਟੂ ਬੀ ਬੇਸਡ ਇਨ ਓਨਟਾਰੀਓ, ਆਫ ਕੋਰਸ। ਸੋ ਜਿਹੜਾ ਵਰਕ, ਜਿਹੜਾ ਤੁਸੀਂ ਕੰਮ ਕਰਨਾ ਹੈਗਾ, ਉਹ ਜਿਹੜੀ ਪੋਜੀਸ਼ਨ ਹੈ ਉਹ ਓਨਟਾਰੀਓ 'ਚ ਹੀ ਹੋਣੀ ਚਾਹੀਦੀ ਹੈ, ਉਹ ਕਿਤੇ ਬਾਹਰ ਨਹੀਂ ਹੋ ਸਕਦੀ ਹੈ, ਰਾਈਟ। ਹੁਣ ਆਪਾਂ ਗੱਲ ਕਰਦੇ ਹਾਂ ਐਪਲੀਕੈਂਟ ਰਿਕੁਆਇਰਮੈਂਟਸ ਦੀਆਂ। ਤੁਹਾਡੇ ਐਪਲੀਕੈਂਟ ਰਿਕੁਆਇਰਮੈਂਟ, ਸਭ ਤੋਂ ਪਹਿਲਾਂ ਕਿ ਇਹ ਐਕਸਪ੍ਰੈਸ਼ਨ ਆਫ ਇੰਟਰਸਟ ਸਟਰੀਮ ਹੈ, ਸਭ ਤੋਂ ਪਹਿਲਾਂ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਨਾ ਹੈਗਾ ਜਿਹੜਾ ਪੋਰਟਲ ਤੇ ਜੇ ਤੁਹਾਨੂੰ ਇਨਵੀਟੇਸ਼ਨ ਆ ਜਾਂਦਾ ਤਾਂ ਹੀ ਤੁਸੀਂ ਅਪਲਾਈ ਕਰਨਾ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਕਿਹੜੀ ਐਜੂਕੇਸ਼ਨ ਫਰਮ ਕੈਨੇਡੀਅਨ ਇੰਸਟੀਟਿਊਸ਼ਨ ਹੈ ਜਿਹੜੀ ਐਲੀਜੀਬਲ ਹੈਗੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜੇ ਤੁਹਾਡੀ ਜਿਹੜੀ ਅੰਡਰ ਗ੍ਰੈਜੂਏਟ ਡਿਗਰੀ ਹੈ, ਡਿਪਲੋਮਾ ਹੈ, ਜਿਹਨੂੰ ਘੱਟੋ ਘੱਟ 2 ਸਾਲ ਲੱਗਦੇ ਆ, ਜੇ ਤੁਸੀਂ ਫੁੱਲ ਟਾਈਮ ਪਰਸਿਊ ਕਰਦੇ ਹੋ ਫਰਮ ਐਨ ਐਲੀਜੀਬਲ ਕੈਨੇਡੀਅਨ ਇੰਸਟੀਟਿਊਸ਼ਨ, ਤਾਂ ਤੁਸੀਂ ਐਲੀਜੀਬਲ ਹੋ। ਜਾਂ ਫਿਰ ਤੁਸੀਂ ਗ੍ਰੈਜੂਏਟ ਡਿਗਰੀ ਕੀਤੀ ਹੈ ਜਾਂ ਡਿਪਲੋਮਾ ਕੀਤਾ ਜਿਹੜਾ 1 ਸਾਲ ਦਾ ਹੋਏ, ਪਰ ਉਹ ਵੀ ਫੁੱਲ ਟਾਈਮ ਬੇਸਿਸ ਤੇ ਤੁਸੀਂ ਕੀਤਾ ਹੈਗਾ ਫਰਮ ਐਲੀਜੀਬਲ ਕੈਨੇਡੀਅਨ ਇੰਸਟੀਟਿਊਸ਼ਨ। ਇਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਗ੍ਰੈਜੂਏਟ ਸਰਟੀਫਿਕੇਟ ਹੈ, ਚਾਹੇ ਉਹ ਕਾਲਜ ਤੋਂ ਹੈ ਚਾਹੇ ਉਹ ਯੂਨੀਵਰਸਿਟੀ ਤੋਂ ਹੈ, ਇਟ ਸ਼ੁੱਡ ਬੀ ਐਟਲੀਸਟ ਆਫ 1 ਈਅਰ ਫੁੱਲ ਟਾਈਮ ਬੇਸਿਸ ਤੇ ਤੁਸੀਂ ਉਹ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ, ਬਟ ਫਰਮ ਐਨ ਐਲੀਜੀਬਲ ਓਨਟਾਰੀਓ ਇੰਸਟੀਟਿਊਸ਼ਨ। ਹੁਣ ਜਿਹੜਾ ਅਗਰ ਤੁਸੀਂ ਡਿਫਰੈਂਸ ਦੇਖ ਰਹੇ ਹੋ ਕਿ ਜਿਹੜੇ ਪਹਿਲੇ ਦੋ ਹੈਗੇ ਆ, ਦੈਟ ਕੈਨ ਬੀ ਫਰਮ ਐਨੀ ਕੈਨੇਡੀਅਨ ਇੰਸਟੀਟਿਊਸ਼ਨ, whereas the last two should be from Ontario institution only, but all of them have to be eligible। ਤੇ ਜਨਰਲੀ ਉਹ ਕਹਿੰਦੇ ਜਿਹੜਾ ਫੁੱਲ ਟਾਈਮ ਸਟੱਡੀ ਹੈ ਉਹ ਕੌਣ ਡਿਸਾਈਡ ਕਰਦਾ, ਉਹ ਜਨਰਲੀ ਕਾਲਜ ਜਾਂ ਯੂਨੀਵਰਸਿਟੀ ਡਿਸਾਈਡ ਕਰਦੇ, ਬਟ ਜਨਰਲੀ 15 ਘੰਟੇ ਜਿਹੜੇ ਹੁੰਦੇ ਮਿਨੀਮਮ ਇੰਸਟਰਕਸ਼ਨ ਹੁੰਦੀ ਹੈ ਪਰ ਵੀਕ, ਰਾਈਟ। ਉਸ ਤੋਂ ਇਲਾਵਾ ਜਿਹੜੀ ਐਪਲੀਕੈਂਟ ਰਿਕੁਆਇਰਮੈਂਟਸ ਹੈਗੇ ਕਿ ਤੁਹਾਡੇ ਕੋਲ ਵੈਲਿਡ ਲਾਇਸੈਂਸ ਹੋਣਾ ਚਾਹੀਦਾ ਹੈ। ਅਗਰ ਤੁਹਾਡੀ ਜਿਹੜੀ ਜੌਬ ਆਫਰ ਹੈ ਉਹ ਰਿਕੁਆਇਰ ਕਰਦੀ ਹੈ ਮੈਂਡੇਟਰੀ ਲਾਇਸੈਂਸ, ਜਿਵੇਂ ਫੋਰ ਐਗਜ਼ਾਮਪਲ ਟ੍ਰੇਡ ਸਕਿੱਲਸ ਹੋ ਗਈਆਂ, ਤਾਂ ਉਹਨਾਂ ਵਿੱਚ ਅਗਰ ਕੋਈ ਹੈਗਾ ਜਾਂ ਕੋਈ ਹੈਲਥ ਆਕੂਪੇਸ਼ਨ ਹੈ, ਸੋ ਤੁਹਾਡੇ ਕੋਲ ਉਹ ਲਾਇਸੈਂਸ ਹੋਣਾ ਚਾਹੀਦਾ ਟੂ ਪ੍ਰੈਕਟਿਸ ਇਨ ਦਾ profession। Then you need to have an intention to live in Ontario, so you must intend to live in Ontario after you have been granted PR। ਤੁਹਾਡਾ ਲੀਗਲ ਸਟੇਟਸ ਹੋਣਾ ਚਾਹੀਦਾ ਹੈ ਕੈਨੇਡਾ 'ਚ, ਜੇ ਤੁਸੀਂ ਕੈਨੇਡਾ 'ਚੋਂ ਅਪਲਾਈ ਕੀਤਾ ਹੈਗਾ। ਫਿਰ ਹੈਗਾ ਐਪਲੀਕੇਸ਼ਨ ਪੀਰੀਅਡ। You must submit your application within 2 years of completing the requirements necessary to obtain your degree, diploma or certificate। ਜਦੋਂ ਤੁਹਾਡਾ ਕੰਪਲੀਸ਼ਨ ਲੈਟਰ ਮਿਲ ਗਈ ਜਾਂ ਡਿਪਲੋਮਾ ਮਿਲ ਗਿਆ, ਜਿਹੜਾ ਵੀ ਪਹਿਲਾਂ ਮਿਲਿਆ, ਉਦੋਂ 2 ਸਾਲ ਸ਼ੁਰੂ ਹੋ ਜਾਂਦੇ ਆ। ਉਸ 2 ਸਾਲ ਦੇ ਦੌਰਾਨ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕੀਤੀ ਹੋਣੀ ਚਾਹੀਦੀ ਹੈ। ਐਪਲੀਕੇਸ਼ਨ, ਨਾਟ ਐਕਸਪ੍ਰੈਸ਼ਨ ਆਫ ਇੰਟਰਸਟ। ਇਹ ਨਹੀਂ ਕਿ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਕੀਤਾ ਪਰ ਤੁਹਾਨੂੰ ਨਹੀਂ ਆਇਆ, ਦੈਟਸ ਨਾਟ ਕਾਊਂਟ।
ਸੋ ਉਹ ਐਪਲੀਕੇਸ਼ਨ ਦੀ ਗੱਲ ਕਰਦੇ ਪਏ ਹੈ। ਹੁਣ ਅਗਰ ਆਪਾਂ ਐਲੀਜੀਬਲ ਕੈਨੇਡੀਅਨ ਕਾਲਜਿਸ ਤੇ ਯੂਨੀਵਰਸਿਟੀਜ਼ ਦੀ ਗੱਲ ਕਰੀਏ, ਸੋ ਇਹਦੇ ਵਿੱਚ ਓਨਟਾਰੀਓ ਦੇ ਕਾਲਜਿਸ ਆ ਗਏ ਜਿਹੜੇ ਲਿਖੇ ਹੋਏ ਆ, ਦੈਨ ਯੂ ਹੈਵ ਨਿਊਫਾਊਂਡਲੈਂਡ ਲੈਬਰਾਡੋਰ ਦੇ, ਨਾਰਥ ਵੈਸਟ ਟੈਰੀਟਰੀਜ਼ ਦੇ, ਨੋਵਾ ਸਕੋਸ਼ੀਆ ਦੇ ਕਾਲਜਿਸ ਯੂਨੀਵਰਸਿਟੀਜ਼, ਨੂਨਾਵਤ ਤੇ, ਐਂਡ ਉਹਨਾਂ ਨੇ ਸਾਰੀ ਲਿਸਟ ਬਣਾਈ ਹੋਈ ਹੈ ਇਹਦੇ ਵਿੱਚ ਕਿ ਵੀ ਕਿਹੜੇ ਕਿਹੜੇ ਜਿਹੜੇ ਕਾਲਜਿਸ ਹੈਗੇ ਆ ਜਾਂ ਯੂਨੀਵਰਸਿਟੀਜ਼ ਹੈਗੀਆਂ ਉਹ ਐਲੀਜੀਬਲ ਹੈ। ਤਾਂ ਕਿਹੜੀਆਂ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਉਹ ਆਫਰ ਕਰ ਸਕਦੀਆਂ ਗ੍ਰੈਜੂਏਟ ਸਰਟੀਫਿਕੇਟ ਆਫ ਐਟਲੀਸਟ 1 year ਇਨ ਡਿਊਰੇਸ਼ਨ, ਤੇ ਅਲਬਰਟਾ ਦੇ ਵਿੱਚ ਕਾਲਜਿਸ ਯੂਨੀਵਰਸਿਟੀਜ਼। ਸੋ ਇਹ ਜਿਹੜੀ ਸਾਰੀ ਡਿਟੇਲਸ ਹੈਗੀਆਂ ਇਹ ਵੈਬਸਾਈਟ ਤੇ ਅਵੇਲੇਬਲ ਹੈਗੀਆਂ, ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਐਂਡ ਯੂ ਕੈਨ ਡਿਸਾਈਡ ਫॉर yourself ਕਿ ਤੁਹਾਡਾ ਜਿਹੜਾ ਕਾਲਜ ਹੈਗਾ ਤੇ ਜਾਂ ਜੋ ਉਹ ਪ੍ਰੋਗਰਾਮ ਆਫਰ ਕਰ ਰਿਹਾ ਉਹ ਇਹਦੇ ਵਿੱਚ ਐਲੀਜੀਬਲ ਹੋਊਗਾ ਕਿ ਨਹੀਂ, ਰਾਈਟ। ਹੁਣ ਆਪਾਂ ਗੱਲ ਕਰਾਂਗੇ EMPLOYER ਰਿਕੁਆਇਰਮੈਂਟਸ ਦੀਆਂ। ਸੋ EMPLOYER ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ, ਕਿਉਂਕਿ ਜਿਹੜੀ ਡਿਟੇਲਸ ਹੈਗੀਆਂ ਉਹ ਤੁਸੀਂ ਵੈਬਸਾਈਟ ਤੇ ਦੇਖ ਸਕਦੇ ਹੋ, ਪਰ ਜਿਹੜੀਆਂ ਕੁਝ ਮੇਨ ਰਿਕੁਆਇਰਮੈਂਟਸ ਉਹ ਮੈਂ ਦੱਸ ਸਕਦਾ ਕਿ ਪਹਿਲਾਂ ਤਾਂ ਜਿਹੜਾ ਬਿਜ਼ਨਸ ਹੈ ਇਟ ਹੈਜ਼ ਟੂ ਬੀ ਐਕਟਿਵ ਫॉर द ਲਾਸਟ 3 years, ਤੇ ਜਿਹੜੇ ਬਿਜ਼ਨਸ ਦੇ ਜਿਹੜੇ ਪ੍ਰੈਮਿਸਿਸ ਹੈ ਇਟ ਸ਼ੁੱਡ ਬੀ ਇਨ ਓਨਟਾਰੀਓ ਵੇਅਰ ਯੂ ਵਿਲ ਵਰਕ। ਤੇ ਰੈਵਨਿਊ ਰਿਕੁਆਇਰਮੈਂਟਸ ਵੀ ਹੈ, ਅਗਰ ਤਾਂ ਜਿਹੜਾ ਬਿਜ਼ਨਸ ਹੈਗਾ ਉਹ GTA 'ਚ ਹੈਗਾ, ਜਿਵੇਂ ਟੋਰਾਂਟੋ ਰੀਜਨ ਹੋ ਗਿਆ ਜਾਂ ਡਰਮ ਹੋ ਗਿਆ, ਹਾਲਟਨ, ਯਾਰਕ ਐਂਡ ਪੀਲ ਰੀਜਨ, ਤਾਂ 1 million ਦਾ ਐਨੂਅਲ ਰੈਵਨਿਊ ਚਾਹੀਦਾ ਇਨ ਦਾ ਮੋਸਟ ਰੀਸੈਂਟ ਫਿਸਕਲ ਈਅਰ, ਨਹੀਂ ਤਾਂ 500,000 ਦਾ ਐਨੂਅਲ ਰੈਵਨਿਊ ਚਾਹੀਦਾ। ਤੇ ਉਹਨਾਂ ਨੂੰ ਫੁੱਲ ਟਾਈਮ EMPLOYE ਰਿਕੁਆਇਰਮੈਂਟਸ ਵੀ ਹੈਗੀਆਂ, ਐਟਲੀਸਟ 5 ਫੁੱਲ ਟਾਈਮ EMPLOYE ਹੋਣੇ ਚਾਹੀਦੇ ਆ ਕੈਨੇਡੀਅਨ ਸਿਟੀਜ਼ਨ ਜਾਂ PR, ਅਗਰ ਉਹ GTA 'ਚ ਹੈ, ਤੇ ਅਗਰ ਆਊਟਸਾਈਡ GTA ਤਾਂ 3। ਇਸ ਤੋਂ ਇਲਾਵਾ ਹੈਗਾ EMPLOYER ਫਾਰਮ। ਸੋ EMPLOYER ਫਾਰਮ ਸਾਈਨ ਚਾਹੀਦਾ ਹੈ। So the employer must make an application for approval for an employment position by filling out and signing an employer form. ਬਿਨਾਂ employer form ਤੋਂ ਅੱਗੇ ਕੰਮ ਇਹ ਚੱਲ ਹੀ ਨਹੀਂ ਸਕਦਾ। So you will not be eligible ਅਗਰ employer ਤੁਹਾਨੂੰ ਸਪੋਰਟ ਨਹੀਂ ਕਰ ਰਿਹਾ। ਹੁਣ ਆਪਾਂ ਗੱਲ ਕਰਦੇ ਹਾਂ ਸਕੋਰਿੰਗ ਫੈਕਟਰਸ ਦੀ। ਅਗਰ ਤੁਸੀਂ ਦੇਖੋ ਕਿ ਟੋਟਲ ਜਿਹੜੇ ਸਕੋਰਿੰਗ ਫੈਕਟਰਸ ਹੈਗੇ ਆ ਉਹ 13 ਸਕੋਰਿੰਗ ਫੈਕਟਰਸ ਹੈਗੇ ਆ। ਸੋ ਵੀ ਵਿਲ ਗੋ ਥਰੂ them ਕੁਇਕਲੀ। ਤੇ ਇਹਦੇ 'ਚ ਮੈਂ ਇੱਕ ਚੀਜ਼ ਸਮਝਾਉਣਾ ਚਾਹੁੰਦਾ ਕਿ ਜਿਹੜਾ ਅਗਰ ਤੁਸੀਂ ਇੱਕ ਸਪੈਸ਼ਲ ਨੂੰ ਟਰਸਟ ਕਰ ਲਿਆ, ਉਸ ਤੋਂ ਬਾਅਦ ਜਿਹੜਾ ਡਰਾਅ ਆਊਗਾ ਉਹ ਦੋ ਚੀਜ਼ਾਂ ਤੇ ਡਿਪੈਂਡ ਕਰਦਾ। ਪਹਿਲੀ ਗੱਲ ਹੈਗਾ ਕਿ ਤੁਹਾਡਾ ਸਕੋਰਸ ਕਿੰਨੇ ਹੈਗੇ ਆ, ਦੂਜੀ ਚੀਜ਼ ਹੈ ਕਿ ਉਹਨਾਂ ਨੇ ਜਿਹੜਾ ਆਕੂਪੇਸ਼ਨ ਟਾਰਗੇਟ ਕੀਤਾ ਉਹ ਤੁਹਾਡਾ ਆਕੂਪੇਸ਼ਨ ਉਹਦੇ 'ਚ ਸੀਗਾ ਕਿ ਨਹੀਂ। ਅਗਰ ਉਹਨਾਂ ਨੇ ਟਾਰਗੇਟਡ ਆਕੂਪੇਸ਼ਨ ਦਾ ਡਰਾਅ ਕੱਢਿਆ, ਪਰ ਅਗਰ ਜਨਰਲ ਡਰਾਅ ਦਾ ਕੱਢਿਆ, ਦੈਨ ਐਵਰੀਬਡੀ ਇਜ਼ ਐਲੀਜੀਬਲ ਐਜ਼ ਲੌਂਗ ਐਜ਼ ਯੂ ਮੀਟ ਦਾ ਸਕੋਰਿੰਗ ਰਿਕੁਆਇਰਮੈਂਟਸ। ਹੁਣ ਆਪਾਂ ਗੱਲ ਕਰਦੇ ਸਭ ਤੋਂ ਪਹਿਲਾਂ ਜਿਹੜੇ ਸਕੋਰ ਹੈਗੇ ਆ ਉਹ ਹੈਗੇ ਆ ਜੌਬ ਆਫਰ ਦਾ ਸਕੋਰ ਹੈਗਾ। ਉਹ ਡਿਪੈਂਡ ਕਰਦਾ ਕਿ ਕਿਹੜੇ ਟੀਅਰ ਦੀ ਜੌਬ ਹੈ। ਜੇ 0 ਤੇ 1 ਦੀ ਹੈ ਤਾਂ 10 ਪੁਆਇੰਟਸ ਹੈ, ਅਦਰਵਾਈਜ਼ ਅਗਰ 2 ਤੇ 3 ਦੀ ਹੈ ਤਾਂ 8 ਪੁਆਇੰਟਸ ਹੈ। ਫਿਰ ਹੈ ਕਿ ਬ੍ਰੌਡ ਆਕੂਪੇਸ਼ਨ, ਕਿਹੜੇ ਬ੍ਰੌਡ ਆਕੂਪੇਸ਼ਨ 'ਚ ਫਾਲ ਕਰਦੀ ਹੈ। ਅਗਰ ਤਾਂ ਉਹ 0, 2 ਜਾਂ 3 'ਚ ਕਰਦੀ ਤਾਂ 10 ਪੁਆਇੰਟਸ ਹੈ, ਤੇ ਜੇ ਅਗਰ ਸਭ ਤੋਂ ਲਾਸਟ ਵਾਲਾ ਜਿਹੜਾ 5 ਐਂਡ 6 ਹੈ ਤਾਂ 3 ਪੁਆਇੰਟਸ ਹੈ। ਫਿਰ ਹੈ ਜੌਬ ਆਫਰ ਵੇਜ ਤੇ ਪੁਆਇੰਟਸ। ਅਗਰ ਤੁਹਾਨੂੰ ਜਿਹੜੀ ਜੌਬ ਆਫਰ ਮਿਲ ਰਹੀ ਹੈ ਅਗਰ ਉਹ 20 ਤੇ 24.99 ਡਾਲਰਸ ਦੇ ਵਿੱਚ ਆਰਲੀ ਵੇਜਿਸ ਹੈ ਤਾਂ 5 ਪੁਆਇੰਟਸ ਹੈ। ਅਗਰ $40 ਪਰ ਆਰ ਜਾਂ ਹਾਇਰ ਹੈ ਤਾਂ 10 ਪੁਆਇੰਟਸ ਹੈ। ਫਿਰ ਜਦੋਂ ਤੁਸੀਂ ਅਪਲਾਈ ਕੀਤਾ ਉਸ ਟਾਈਮ ਤੇ ਤੁਹਾਡੇ ਕੋਲ ਸਟੱਡੀ ਜਾਂ ਵਰਕ ਪਰਮਿਟ ਹੈਗਾ ਤਾਂ 10 ਪੁਆਇੰਟਸ, ਅਦਰਵਾਈਜ਼ 0 ਪੁਆਇੰਟਸ ਹੈ। ਫਿਰ ਕਿੰਨੀ ਦੇਰ ਤੋਂ ਤੁਸੀਂ ਉਸ ਪਾਰਟਿਕੂਲਰ EMPLOYER ਨਾਲ ਕੰਮ ਕਰ ਰਹੇ ਹੋ, ਅਗਰ 6 ਮਹੀਨੇ ਜਾਂ ਉਸ ਤੋਂ ਜ਼ਿਆਦਾ ਕੰਮ ਕਰ ਰਹੇ ਹੋ ਤਾਂ 3 ਪੁਆਇੰਟਸ, ਅਦਰਵਾਈਜ਼ 0 ਪੁਆਇੰਟਸ ਹੈ। ਫਿਰ ਅਰਨਿੰਗ ਹਿਸਟਰੀ ਹੈ, ਤੁਸੀਂ ਕੈਨੇਡਾ 'ਚ ਅਗਰ ਪਿਛਲੇ 5 ਸਾਲਾਂ 40,000 ਤੋਂ ਉੱਪਰ ਕਮਾਇਆ ਕਦੀ, CRA ਦੇ ਤੁਹਾਡੇ ਕੋਲ ਡਾਕੂਮੈਂਟ ਹੈਗੇ ਪ੍ਰੂਵ ਕਰਨ ਲਈ ਤਾਂ 3 ਪੁਆਇੰਟਸ, ਅਦਰਵਾਈਜ਼ ਨਹੀਂ। ਫਿਰ ਹਾਈਐਸਟ ਲੈਵਲ ਆਫ ਐਜੂਕੇਸ਼ਨ, ਅਗਰ ਤੁਸੀਂ PhD ਕੀਤੀ 10 ਪੁਆਇੰਟਸ ਹੈ। ਅਗਰ ਫॉर ਐਗਜ਼ਾਮਪਲ ਤੁਹਾਡੇ ਕੋਲ 2 ਸਾਲ ਦਾ ਅੰਡਰ ਗ੍ਰੈਜੂਏਟ ਡਿਪਲੋਮਾ ਹੈਗਾ ਤਾਂ 5 ਪੁਆਇੰਟਸ ਹੈ। ਫਿਰ ਫੀਲਡ ਆਫ ਸਟੱਡੀ, ਕਿ ਤੁਸੀਂ ਕਿਸ ਦੇ ਵਿੱਚ ਪੜ੍ਹਾਈ ਕੀਤੀ ਹੈਗੀ ਹੈ, ਰਾਈਟ। ਅਗਰ ਤੁਸੀਂ STEM ਆਕੂਪੇਸ਼ਨ, ਹੈਲਥ 'ਚ, ਟ੍ਰੇਡ ਦੇ ਵਿੱਚ ਜਾਂ ਇਹਨਾਂ ਰਿਲੇਟਡ ਆਕੂਪੇਸ਼ਨਸ ਹੈ ਤਾਂ 12 ਪੁਆਇੰਟਸ ਹੈ। ਅਗਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈ, ਸੋਸ਼ਲ ਲੀਗਲ ਐਜੂਕੇਸ਼ਨ ਤਾਂ 6 ਪੁਆਇੰਟਸ ਹੈ। ਐਨੀਥਿੰਗ ਅਦਰ ਦੈਨ ਦੈਟ ਦੇयर इज 0 ਪੁਆਇੰਟਸ। ਫਿਰ ਹੈ ਕੈਨੇਡੀਅਨ ਐਜੂਕੇਸ਼ਨ ਐਕਸਪੀਰੀਅੰਸ, ਤੇ ਤੁਹਾਡੇ ਕੋਲ ਕਿੰਨੇ ਕ੍ਰੈਡੈਂਸ਼ੀਅਲਸ ਹੈਗੇ ਆ। ਸੋ ਅਗਰ ਤੁਹਾਡੇ ਕੋਲ 2 ਕ੍ਰੈਡੈਂਸ਼ੀਅਲਸ ਹੈਗੇ ਆ ਫਰੋਮ ਐਨ ਐਲੀਜੀਬਲ ਇੰਸਟੀਟਿਊਸ਼ਨ ਇਨ ਕੈਨੇਡਾ, ਜਿਹਦੇ ਘੱਟੋ ਘੱਟ 1 ਸਾਲ ਦਾ ਹੋਏ, ਤਾਂ ਤੁਹਾਨੂੰ 10 ਪੁਆਇੰਟਸ ਮਿਲ ਜਾਣਗੇ, ਨਹੀਂ ਤਾਂ 5 ਪੁਆਇੰਟਸ ਮਿਲਣਗੇ। ਇਸ ਤੋਂ ਇਲਾਵਾ ਲੈਂਗੁਏਜ ਸਕੋਰ ਦਾ, ਅਗਰ ਤੁਹਾਡੇ ਲੋਐਸਟ ਜਿਹੜੇ ਸਕੋਰ ਹੈਗੇ ਆ ਕਿਸੇ ਵੀ ਪਾਰਟਿਕੂਲਰ ਦੇ, ਉਹ ਡਿਸਾਈਡ ਕਰਦੇ ਕਿ ਕਿੰਨੇ ਤੁਹਾਡੇ ਲੈਂਗੁਏਜ ਦੇ ਸਕੋਰ ਬਣਨਗੇ। ਅਗਰ ਤੁਹਾਡਾ CLB 8 ਹੈ ਤਾਂ 6 ਪੁਆਇੰਟਸ, CLB 9 ਹੈ ਤਾਂ 10 ਪੁਆਇੰਟਸ। ਫਿਰ ਤੁਹਾਨੂੰ ਕਿੰਨੀਆਂ ਲੈਂਗੁਏਜਸ ਆਉਂਦੀਆਂ, ਅਗਰ ਤੁਹਾਨੂੰ ਇੰਗਲਿਸ਼ ਐਂਡ ਫ੍ਰੈਂਚ ਦੋਨੋਂ ਆਉਂਦੀਆਂ, ਤੁਹਾਡੇ ਕੋਲ ਸਕੋਰ ਹੈਗੇ ਅਪਰੂਵ ਕਰ ਲਈ ਤਾਂ 10 ਪੁਆਇੰਟਸ, ਅਦਰਵਾਈਜ਼ 5 ਪੁਆਇੰਟਸ ਹੈ। ਫਿਰ ਹੈ ਰੀਜਨਲ ਇਮੀਗ੍ਰੇਸ਼ਨ, ਲੋਕੇਸ਼ਨ ਆਫ ਜੌਬ ਆਫਰ, ਜੇ ਤੁਹਾਨੂੰ ਜੌਬ ਆਫਰ ਮਿਲੀ ਹੈ ਟੋਰਾਂਟੋ 'ਚ 0 ਪੁਆਇੰਟਸ ਹੈ। ਜੇ ਤੁਹਾਨੂੰ ਮਿਲੀ ਆਊਟਸਾਈਡ GTA, ਫॉर ਐਗਜ਼ਾਮਪਲ ਹੈਮਿਲਟਨ ਹੋ ਗਿਆ, ਕਿਤੇ ਵੀ ਬੈਰੀ ਹੋ ਗਿਆ, ਤਾਂ 8 ਪੁਆਇੰਟਸ ਹੈਗੇ ਆ। ਫਿਰ ਇਹ ਵੀ ਹੈਗਾ ਕਿ ਤੁਸੀਂ ਪੜ੍ਹਾਈ ਕਿੱਥੋਂ ਕੀਤੀ ਹੈ, ਲੋਕੇਸ਼ਨ ਆਫ ਯੂਰ ਸਟੱਡੀ ਵੇਅਰ ਯੂ ਫਿਜ਼ੀਕਲੀ ਅਟੈਂਡਡ ਕਲਾਸਿਸ। ਜੇ ਤੁਸੀਂ ਟੋਰਾਂਟੋ ਤੇ ਪੜ੍ਹਾਈ ਕੀਤੀ ਹੈ ਜਾਂ ਤੁਸੀਂ ਆਨਲਾਈਨ ਹੀ ਪੜ੍ਹਾਈ ਕੀਤੀ ਹੈ ਤਾਂ 0 ਪੁਆਇੰਟ ਆ। ਜੇ ਤੁਸੀਂ GTA 'ਚ ਪੜ੍ਹਾਈ ਕੀਤੀ 3 ਪੁਆਇੰਟਸ ਹੈ, ਤੇ ਆਊਟਸਾਈਡ GTA ਤਾਂ 8 ਪੁਆਇੰਟਸ ਹੈ, ਤੇ ਨਦਰਨ ਓਨਟਾਰੀਓ 'ਚ 10 ਪੁਆਇੰਟਸ ਹੈ। ਹੁਣ ਇਹਦੇ ਤੇ ਮੈਂ ਦੋ ਜਿਹੜੇ ਪ੍ਰੋਫਾਈਲ ਲੈ ਕੇ ਨਾ ਉਹ ਤੁਹਾਨੂੰ ਦੱਸੂਗਾ ਕਿ ਕਿੰਨੇ ਤੁਹਾਡੇ ਪੁਆਇੰਟਸ ਬਣਦੇ, ਤਾਂ ਫਿਰ ਉਹਦੇ ਬੇਸ ਤੇ ਆਈ ਥਿੰਕ ਯੂ ਵਿਲ ਬੀ ਏਬਲ ਟੂ ਬੈਟਰ ਅੰਡਰਸਟੈਂਡ ਕਿ ਕੀ ਇਹਦਾ ਕ੍ਰਾਈਟੇਰੀਆ ਹੋ ਸਕਦਾ।
ਹੁਣ ਮੈਂ ਤੁਹਾਨੂੰ ਇੱਕ ਲਾਈਵ ਐਕਸਰਸਾਈਜ਼ ਕਰੂੰਗਾ ਕਿ ਜਿਸ ਦੇ ਵਿੱਚ ਤੁਹਾਨੂੰ ਐਕਸਪਲੇਨ ਕਰੂੰਗਾ ਕਿਵੇਂ ਸਕੋਰਿੰਗ ਫੈਕਟਰਸ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਆਈ ਹੋਪ ਆਈ ਐਮ ਏਬਲ ਟੂ ਡੂ ਇਟ ਕਰੈਕਟਲੀ। ਸੋ ਜੇ ਤੁਸੀਂ ਆਪਣੀ ਡਿਊ ਡਿਲੀਜੈਂਸ ਜ਼ਰੂਰ ਕਰੋ ਟੂ ਕੈਲਕੂਲੇਟ ਯੋਰ ਓਨ ਸਕੋਰ। ਮੈਂ ਇੱਕ ਅਸਿਊਮ ਕਰ ਰਿਹਾ ਕਿ ਲੈਟਸ ਸੇ ਕਿ ਕਿਸੇ ਸਟੂਡੈਂਟ ਨੇ ਇੱਥੇ 2 ਸਾਲ ਦੀ ਪੜ੍ਹਾਈ ਕੀਤੀ ਹੈ, ਉਹਦੇ ਬੇਸ ਤੇ ਉਹਨੂੰ ਲੈਟਸ ਸੇ ਨਰਸ ਏਡ ਦੀ ਜੌਬ ਆਫਰ ਹੋਈ ਹੈ ontario ਚੋਂ, ਜਾਂ ਇੱਕ ਜਿਹੜਾ ਸੈਕੰਡ ਸਟੂਡੈਂਟ ਹੈ ਉਹਨੂੰ ਫੂਡ ਸਰਵਿਸ ਸੁਪਰਵਾਈਜ਼ਰ ਦੀ ਜੌਬ ਆਫਰ ਹੋਈ ਹੈ ਫॉर एग्जांपल। ਤੇ ਆਪਾਂ ਇਹਦੇ ਐਕਚੁਅਲੀ ਸਕੋਰ ਕੈਲਕੂਲੇਟ ਕਰਕੇ ਦੇਖ ਲੈਣੇ ਕਿ ਕਿੰਨੇ ਸਕੋਰ ਬਣਦੇ ਆ, ਰਾਈਟ। ਸੋ ਪਹਿਲੀ ਚੀਜ਼ ਕਿ ਜੌਬ ਆਫਰ ਜਿਹੜੇ ਪੁਆਇੰਟਸ ਆ ਉਹ ਹੈਗੇ ਆ ਮੈਕਸਿਮਮ 10 ਪੁਆਇੰਟਸ ਹੈ ਤਾਂ, ਤੇ ਮਿਨੀਮਮ 0 ਪੁਆਇੰਟਸ ਹੈ। ਲੈਟਸ ਸੇ ਜਿਹੜੇ ਨਰਸ ਏਡ ਹੈ ਉਹ ਟੀਅਰ ਆਂਦਾ ਹੈਗਾ ਟੀਅਰ 3 ਦੇ ਵਿੱਚ। ਸੋ ਆਪਾਂ ਨੂੰ ਪਤਾ ਕਿ ਟੀਅਰ 3 ਦੇ ਜਿਹੜੇ ਪੁਆਇੰਟਸ ਹੈ ਉਹ 8 ਹੈ, ਰਾਈਟ। ਸੋ ਇਟਸ 8 ਪੁਆਇੰਟਸ। ਸੇਮ ਵਿਦ ਫੂਡ ਸਰਵਿਸ ਸੁਪਰਵਾਈਜ਼ਰ, ਉਹ ਟੀਅਰ 2 ਚ ਆਉਂਦਾ ਹੈ, ਸੋ ਉਹਦੇ ਵੀ ਪੁਆਇੰਟਸ 8 ਹੈਗੇ ਆ, ਰਾਈਟ। ਦੈਨ ਲੁੱਕ ਐਟ ਦਾ ਬ੍ਰੌਡ ਆਕੂਪੇਸ਼ਨ ਕੈਟੇਗਰੀ। ਹੁਣ ਆਪਾਂ ਨੂੰ ਪਤਾ ਕਿ ਜਿਹੜੀ ਨਰਸ ਏਡ ਹੈਗੇ ਉਹਦੀ ਜਿਹੜੀ ਬ੍ਰੌਡ ਆਕੂਪੇਸ਼ਨ ਉਹ 3 ਚ ਆਉਂਦਾ ਹੈ, ਸੋ ਇਹਦੇ ਹੋ ਗਏ 10 ਪੁਆਇੰਟਸ। ਤੇ ਜੇ ਆਪਾਂ ਫੂਡ ਸਰਵਿਸ ਸੁਪਰਵਾਈਜ਼ਰ ਦੀ ਗੱਲ ਕਰੀਏ ਉਹ ਹੈਗਾ ਜੀ 6 ਦੇ ਵਿੱਚ, ਸੋ ਇਹ ਹੈਗਾ 3 ਪੁਆਇੰਟਸ, ਸੋ 3 ਪੁਆਇੰਟਸ ਇਹਦੇ ਹੋ ਗਏ। ਫਿਰ ਆਪਾਂ ਜੌਬ ਆਫਰ ਦੀ ਗੱਲ ਕਰੀਏ ਵੇਜਿਸ ਦੀ। ਮੈਂ ਇਮੇਜਿਨ ਕਰਦਾ ਕਿ ਅੱਜ ਕੱਲ ਜਿਵੇਂ ਵੇਜਿਸ ਥੋੜੇ ਡਿਫਲੇਟਡ ਹੈ, ਲੈਸੇ ਦੋਨਾਂ ਦੀ ਜਿਹੜੀ ਵੇਜ ਆ 20 ਤੋਂ ਲੈ ਕੇ 24.99 ਦੇ ਵਿੱਚ ਹੈਗੀ ਹੈ, ਤਾਂ ਲੈਸੇ ਉਹ ਦੋਨੋਂ ਨੂੰ 5 ਪੁਆਇੰਟਸ ਮਿਲਦੇ ਪਏ ਆ, ਸੋ 5 ਪੁਆਇੰਟਸ ਦੋਨਾਂ ਨੂੰ ਮਿਲ ਗਏ। ਲੈਸ ਇਮੇਜਿਨ ਕਿ ਉਹ ਦੋਨੋਂ ਕੋਲੇ ਇਸ ਟਾਈਮ ਵਰਕ ਪਰਮਿਟ ਹੈਗਾ, ਸੋ ਉਹਦੇ 10 ਪੁਆਇੰਟਸ ਦੋਨਾਂ ਨੂੰ ਮਿਲ ਜਾਣਗੇ। ਨਾਓ ਆਪਾਂ ਨੈਕਸਟ ਇਮੇਜਿਨ ਕਰਦੇ ਹਾਂ ਕਿ ਵੀ ਉਹਨਾਂ ਦਾ ਕੋਈ ਹਜੇ ਜੌਬ ਟੈਨਿਓਰ ਨਹੀਂ ਹੈਗਾ, ਇੰਪਲੋਇਰ ਨਾਲ ਹੁਣੀ ਜੌਬ ਆਫਰ ਹੋਈ ਹੈ ਉਹਨਾਂ ਨੂੰ। ਸੋ ਲੈਸ ਸੇ ਉਹਨਾਂ ਨੇ 6 ਮੰਥ ਹਜੇ ਕੰਪਲੀਟ ਨਹੀਂ ਕੀਤੇ, ਤਾਂ ਦੋਨਾਂ ਦੇ 0 ਪੁਆਇੰਟਸ ਆਪਾਂ ਅਸਿਊਮ ਕਰ ਲੈਣੇ। ਤੇ ਉਹਨਾਂ ਨੇ ਲੈਸ ਇਮੇਜਿਨ ਕਦੀ ਕੰਮ ਵੀ ਨਹੀਂ ਕੀਤਾ ਕੈਨੇਡਾ ਚ, ਵਿੱਚ ਉਹਨਾਂ ਕੋਲੇ ਕਦੀ 40,000 ਦੀ ਸੈਲਰੀ ਵੀ ਨਹੀਂ ਸੀਗੀ ਕਿਸੇ ਵੀ ਪਾਰਟਿਕੂਲਰ ਈਅਰ ਦੀ ਇਨਕਮ, ਤਾਂ ਆਪਾਂ ਉਸ ਤੇ ਵੀ 0 ਪੁਆਇੰਟ ਅਸਿਊਮ ਕਰ ਲੈਣੇ। ਨਾਓ ਲੈਟਸ ਲੁੱਕ ਐਟ ਦਾ ਹਾਈਐਸਟ ਲੈਵਲ ਆਫ ਐਜੂਕੇਸ਼ਨ। ਲੈਸੇ ਦੋਨਾਂ ਨੇ ਹੀ ਅੰਡਰ ਗ੍ਰੈਜੂਏਟ ਡਿਪਲੋਮਾ ਕੀਤਾ 2 ਸਾਲਾਂ ਦਾ, ਤਾਂ ਆਪਾਂ ਉਹਦੇ 5 ਪੁਆਇੰਟਸ ਤੇ 5 ਪੁਆਇੰਟਸ ਇਮੇਜਿਨ ਕਰ ਲੈਣੇ ਆ। ਐਂਡ ਲੈਟਸ ਸੇ ਫੀਲਡ ਆਫ ਆਕੂਪੇਸ਼ਨ, ਲੈਟਸ ਇੱਕ ਨੇ ਹੈਲਥ ਚ ਪੜ੍ਹਾਈ ਕੀਤੀ ਸੀ ਤੇ ਦੂਸਰੇ ਨੇ ਬਿਜ਼ਨਸ ਜਾਂ ਐਡਮਿਨਿਸਟ੍ਰੇਸ਼ਨ ਜਾਂ ਕੋਈ ਐਦਾਂ ਦੇ ਜਿਹੜਾ ਵੀ ਇਹਨਾਂ ਨੇ ਮੈਂਸ਼ਨ ਕੀਤਾ ਉਹਦੇ ਚ ਪੜ੍ਹਾਈ ਕੀਤੀ ਸੀ। ਜਿਹਨੇ ਸਟੈਮ ਚ ਕੀਤੀ ਸੀ ਉਹਨੂੰ 12 ਪੁਆਇੰਟ ਮਿਲ ਜਾਣਗੇ। ਲੈਟਸ ਸੇ ਕਿਸੇ ਨੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਸੋਸ਼ਲ ਜਾਂ ਇਹਦੇ ਵਿੱਚ ਕੀਤੀ ਹੈ ਤਾਂ ਉਹਨੂੰ 6 ਪੁਆਇੰਟਸ ਮਿਲਣਗੇ। ਫਿਰ ਹੈ ਕੈਨੇਡੀਅਨ ਐਜੂਕੇਸ਼ਨ ਐਕਸਪੀਰੀਅੰਸ। ਲੈਟਸ ਸੇ ਦੋਨਾਂ ਕੋਲ ਇੱਕੋ ਹੀ ਕ੍ਰੈਡੈਂਸ਼ੀਅਲ ਹੈਗਾ ਕਿ ਵੀ ਉਹਨਾਂ ਨੇ ਇੱਕੋ ਹੀ ਪੜ੍ਹਾਈ ਕੀਤੀ ਕੈਨੇਡਾ ਦੇ ਵਿੱਚੋਂ, ਤਾਂ ਆਪਾਂ ਦੋਨਾਂ ਨੂੰ 5 ਪੁਆਇੰਟਸ ਦੇ ਦਿੰਦੇ ਹਾਂ। ਉਸ ਤੋਂ ਬਾਅਦ ਹੈ ਲੈਟਸ ਸੇ ਲੈਂਗੁਏਜ ਅਬਿਲਿਟੀ। ਲੈਟਸ ਸੇ ਦੋਨਾਂ ਦੀ ਜਿਹੜੀ ਲੈਂਗੁਏਜ ਹੈ ਇੰਗਲਿਸ਼ ਹੈ, ਦੋਨਾਂ ਨੇ CLB 8 ਸਕੋਰ ਕੀਤਾ। ਜਿਵੇਂ ਫॉर ਐਗਜ਼ਾਮਪਲ CLB 8 ਆਈ ਐਮ ਅਸਿਊਮਿੰਗ ਇਸ ਕਿ ਲਿਸਨਿੰਗ ਦੇ ਵਿੱਚ 7.5, ਬਾਕੀ ਸਾਰਿਆਂ 6.5। ਸੋ ਲੈਟਸ ਸੇ ਦੋਨਾਂ ਦੇ 6 ਪੁਆਇੰਟਸ ਉਹਨਾਂ ਦੇ ਵਿੱਚ ਆ ਗਏ, ਰਾਈਟ। ਅਗਰ ਹੁਣ ਆਪਾਂ ਗੱਲ ਕਰਦੇ ਹਾਂ ਨੌਲੇਜ ਆਫ ਅਫੀਸ਼ੀਅਲ ਲੈਂਗੁਏਜ, ਲੈਟਸ ਸੇ ਉਹਨਾਂ ਨੂੰ ਇੱਕੋ ਹੀ ਲੈਂਗੁਏਜ ਆਉਂਦੀ ਹੈ, ਉਹਨਾਂ ਨੂੰ ਫ੍ਰੈਂਚ 'ਚ ਕੋਈ ਪ੍ਰੋਫੀਸ਼ੀਐਂਸੀ ਨਹੀਂ ਹੈ, ਲੈਟਸ ਸੇ ਇੰਗਲਿਸ਼ ਹੀ ਆਉਂਦੀ ਹੈ, ਤਾਂ ਉਹਨਾਂ ਨੂੰ 5 ਪੁਆਇੰਟਸ ਇਹਦੇ ਮਿਲ ਗਏ। ਹੁਣ ਹੈ ਰੀਜਨਲ ਫੈਕਟਰ। ਲੈਟਸ ਸੇ ਲੋਕੇਸ਼ਨ ਆਫ ਦਾ ਜੌਬ ਆਫਰ। ਲੈਟਸ ਸੇ ਦੋਨਾਂ ਨੂੰ ਜਿਹੜੀ ਜੌਬ ਆਫਰ ਮਿਲੀ ਹੈਗੀ ਹੈ ਉਹ ਆਊਟਸਾਈਡ GTA ਮਿਲੀ ਹੈ, ਰਾਈਟ। ਸੋ ਅਗਰ GTA ਤੋਂ ਆਊਟਸਾਈਡ ਮਿਲੀ ਹੈ ਤਾਂ ਉਹਦੇ ਉਹਨਾਂ ਨੂੰ 8 ਪੁਆਇੰਟਸ ਮਿਲਣਗੇ ਦੋਨਾਂ ਨੂੰ, ਤਾਂ 8 ਪੁਆਇੰਟਸ ਹੋ ਗਏ। ਫਿਰ ਹੈਗਾ ਲੋਕੇਸ਼ਨ ਆਫ ਦਾ ਸਟੱਡੀ। ਅਗਰ ਉਹਨਾਂ ਨੇ ਪੜ੍ਹਾਈ ਆਨਲਾਈਨ ਨਹੀਂ ਕੀਤੀ ਤੇ ਲੈਟਸ ਸੇ ਦੇ ਹੈਵ ਸਟੱਡੀਡ ਬੋਥ ਆਊਟਸਾਈਡ ਆਫ GTA, ਤਾਂ ਉਹਨਾਂ ਨੂੰ ਉਹਦੇ ਵੀ 8 ਪੁਆਇੰਟਸ ਮਿਲ ਜਾਣਗੇ। ਸੋ ਅਗਰ ਤੁਸੀਂ ਇਹਨਾਂ ਸਾਰਿਆਂ ਨੂੰ ਪੁਆਇੰਟਸ ਨੂੰ ਕੈਲਕੂਲੇਟ ਕਰੋ ਤਾਂ ਤੁਹਾਡੇ ਦੇਖੋਗੇ ਕਿ ਜਿਹੜੇ ਨਰਸ ਏਜ ਦੇ ਪੁਆਇੰਟ ਹੈਗੇ ਆ that would be around 82, ਤੇ ਜਿਹੜਾ ਫੂਡ ਸਰਵਿਸ ਸੁਪਰਵਾਈਜ਼ਰ ਦੇ ਪੁਆਇੰਟਸ ਹੈਗੇ 69। ਸੋ ਇਹ ਪੁਆਇੰਟਸ ਇਟਸੈਲਫ ਜਿਹੜੇ ਹੈਗੇ ਉਹ ਸਫੀਸ਼ੀਐਂਟ ਕਈ ਵਾਰੀ ਨਹੀਂ ਹੁੰਦੇ, ਕਿਉਂਕਿ ਅਗਰ ਉਹ ਟਾਰਗੇਟਡ ਡਰਾ ਹੈਗਾ ਤਾਂ ਉਹਦੇ ਵਿੱਚ ਅਗਰ ਉਹਨਾਂ ਨੇ ਇਨਵਾਈਟ ਹੀ ਸਿਰਫ ਹੈਲਥ ਕੇਅਰ ਚ ਕੀਤਾ ਤਾਂ ਫਿਰ ਫੂਡ ਸਰਵਿਸ ਸੁਪਰਵਾਈਜ਼ਰ ਮੇ ਨਾਟ ਕੁਆਲੀਫਾਈ। ਬਟ ਅਗਰ ਉਹ ਜਨਰਲ ਡਰਾ ਹੈਗਾ ਤੇ ਜੇ ਉਹਦੀ ਸਕੋਰਿੰਗ 69 ਜਾਂ ਉਸ ਤੋਂ ਘੱਟ ਹੈਗਾ ਤਾਂ ਫੂਡ ਸਰਵਿਸ ਸੁਪਰਵਾਈਜ਼ਰ ਵੀ ਐਲੀਜੀਬਲ ਹੋ ਸਕਦੇ ਹੈਗੇ ਆ ਇਹਦੇ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੀਵੀਅਸ ਡਰਾਜ਼ ਇਨ 2023। ਅਗਰ ਤੁਸੀਂ ਪਿਛਲੇ ਸਾਲ ਦੇ ਜਿਹੜੇ ਡਰਾਜ਼ ਦੇਖੋ 2023 ਦੇ ਟੋਟਲ 6 ਡਰਾਜ਼ ਆਏ ਆ, ਸੋ ਉਹਦੇ ਵਿੱਚ ਜਿਹੜਾ ਸਕੋਰਸ ਆਏ ਉਹ ਸੀਗੇ 61 ਐਂਡ ਅਬਵ, 61 ਐਂਡ ਅਬਵ, ਤੇ ਜਿਹੜਾ ਜਨਰਲ ਡਰਾ ਦਾ ਸਕੋਰ ਆਇਆ ਸੀਗਾ ਉਹ ਸੀਗਾ 82 ਐਂਡ ਅਬਵ, ਰਾਈਟ। ਤੇ ਅਗਰ ਤੁਸੀਂ ਡਰਾਜ਼ ਦੀ ਗੱਲ ਦੇਖੋ ਕਿ ਜਿਹੜੇ ਮੋਸਟ ਜਿਹੜੇ ਡਰਾਜ਼ ਆਏ ਪਿਛਲੇ 5 ਉਹ ਟਾਰਗੇਟਡ ਆਕੂਪੇਸ਼ਨਸ ਡਰਾ ਆਏ ਆ। ਇੱਕ ਵਾਰੀ ਉਹਨਾਂ ਨੇ ਮੰਗੇ ਆ ਸਕਿਲ ਟ੍ਰੇਡ ਆਕੂਪੇਸ਼ਨ, ਦੈਨ ਦੇ ਆਸਕਡ ਫॉर ਟੈਕ ਐਂਡ ਹੈਲਥ ਆਕੂਪੇਸ਼ਨਸ, ਟੈਕ ਐਂਡ ਹੈਲਥ, ਸਕਿਲ ਟ੍ਰੇਡ ਆਕੂਪੇਸ਼ਨਸ। ਸੋ ਇਨ ਅ ਵੇ ਅਗਰ ਤਾਂ ਤੁਹਾਡਾ ਸਕੋਰ ਬਹੁਤ ਹਾਈ ਹੈ ਤੇ ਉਹਨਾਂ ਨੇ ਜਨਰਲ ਡਰਾ ਕੀਤਾ ਤਾਂ ਤੁਸੀਂ ਸਾਰੇ ਕੁਆਲੀਫਾਈ ਹੋ ਸਕਦੇ ਹੋ। ਅਦਰਵਾਈਜ਼ ਜਿਹੜੇ ਉਹਨਾਂ ਨੇ ਆਕੂਪੇਸ਼ਨਸ ਨੂੰ ਟਾਰਗੇਟ ਕੀਤਾ ਹੈ, ਤੁਸੀਂ ਅਗਰ ਤੁਹਾਡਾ ਸਕੋਰ ਉਸ ਤੋਂ ਜ਼ਿਆਦਾ ਬਣਦਾ ਦੈਨ ਓਨਲੀ ਯੂ ਵੁੱਡ ਬੀ ਇਨਵਾਈਟਡ ਇਨ ਦਿਸ ਪਾਰਟਿਕੂਲਰ ਸਟਰੀਮ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਸੈਸ ਟੂ ਅਪਲਾਈ। ਜਿਵੇਂ ਕਿ ਮੈਂ ਦੱਸਿਆ ਸੀਗਾ ਕਿ ਪਹਿਲਾਂ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਨਾ, ਰਾਈਟ। ਅਟੈਸਟੇਸ਼ਨ ਫਾਰਮ ਵੀ ਉਸੇ ਦਿਨ ਭਰ ਲੈਣਾ ਜਿਸ ਦਿਨ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕੀਤਾ ਹੈ।
ਜੇ ਤੁਹਾਨੂੰ ਇਨਵੀਟੇਸ਼ਨ ਆਇਆ ਤੁਸੀਂ ਫਿਰ ਅਪਲਾਈ ਕਰ ਦੇਣਾ, 14 ਦਿਨਾਂ ਦਾ ਤੁਹਾਨੂੰ ਟਾਈਮ ਦਿੰਦੇ ਉਹ, ਆਪਣੀ ਫੀ ਪੇ ਕਰਨੀ ਹੈ, $1500 ਪ੍ਰੋਸੈਸਿੰਗ ਫੀਸ ਹੈਗੀ ਹੈ। ਜੇ ਤੁਹਾਨੂੰ ਨੋਮੀਨੇਸ਼ਨ ਆ ਗਿਆ ਤਾਂ ਤੁਹਾਨੂੰ ਨੋਮੀਨੇਸ਼ਨ ਲੈਟਰ ਤੇ ਨੋਮੀਨੇਸ਼ਨ ਸਰਟੀਫਿਕੇਟ ਦੇ ਦਿੰਦੇ ਆ, ਤੇ ਜੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੋਇਆ ਤਾਂ ਤੁਹਾਨੂੰ ਵਰਕ ਪਰਮਿਟ ਸਪੋਰਟ ਲੈਟਰ ਵੀ ਮਿਲ ਸਕਦੀ ਹੈ, ਤੇ ਜਿਹਦੇ ਨਾਲ ਤੁਸੀਂ ਆਪਣਾ ਵਰਕ ਪਰਮਿਟ ਐਕਸਟੈਂਡ ਕਰ ਸਕਦੇ ਹੋ। ਆਫਟਰ ਨੋਮੀਨੇਸ਼ਨ ਸਰਟੀਫਿਕੇਟ ਤੁਹਾਡੇ ਕੋਲ 6 ਮਹੀਨੇ ਹੁੰਦੇ ਆ ਟੂ ਅਪਲਾਈ ਟੂ ਨਾਨ ਐਕਸਪ੍ਰੈਸ ਐਂਟਰੀ ਪੀਆਰ, ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਤਾਂ ਆਪਣੀ ਪੀਆਰ ਲੈ ਸਕਦੇ ਹੋ। ਸੋ ਇਫ ਯੂ ਨੀਡ ਐਨੀ ਹੈਲਪ, ਮੇਰਾ ਨੰਬਰ ਹੈਗਾ ਜੀ 4378487200। ਮੇਰੀ ਵੈਬਸਾਈਟ ਹੈਗੀ ਹੈ www.dilimmigration.com, ਉੱਥੇ ਜਾ ਕੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਤੇ ਮੇਰਾ YouTube ਹੈਂਡਲ ਹੈ @dilsandhutalks, ਉੱਥੇ ਮੈਂ ਕਾਫੀ ਸਾਰੀ ਵੀਡੀਓਜ਼ ਬਣਾਈਆਂ। ਸੋ ਆਈ ਵੁੱਡ ਆਲਸੋ ਰਿਕੁਐਸਟ ਯੂ ਟੂ ਕਿ ਤੁਸੀਂ ਇਹ ਵੀਡੀਓ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਵਿਦ ਯੋਰ ਫਰੈਂਡਸ ਐਂਡ people who might find it valuable. So thank you so much and have a wonderful Canadian journey.